ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦੁ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਹਾ ਤੁਛ ਪ੍ਰਭ ਬੁੱਧ ਹਮਾਰੀ ਵਰਣਨ ਨ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਉੱਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕਉ ਸਮਰਥ ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕਉ ਸਮਰਥ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਚਿਤ ਆਨੰਦ ਪਰਮਾਤਮਾ ਦੇ ਪੁਰੀ ਪੁਰੀ ਵਿਸ਼ਨਤਾ ਸਾਹਿਬ ਪੁਰਸ਼ਾ ਸ੍ਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਨਿਤਨੇਮ ਦੀ ਅਮੋਲਕ ਦਾਤ, ਸਤ ਸੰਗਤ ਦੇ ਮਹਾਨ ਕੁੰਭ, ਸੰਗਤਾਂ ਦੇ ਦਰਸ਼ਨ ਮੇਲੇ, ਸੇਵਾ ਸਿਮਰਨ, ਤੰਦਰੁਸਤੀਆਂ ਮਾਲਕ ਨੇ ਬਖਸ਼ਿਸ਼ ਕੀਤੀਆਂ ਨੇ। ਜੋ ਵੀ ਸਮੂਹ ਮਾਈ ਭਾਈ ਮਾਤਾਵਾਂ ਭੈਣਾਂ ਵੀਰ ਭਰਾ ਸਮੇਂ ਦਾ ਆਪ ਜੀ ਲਾਹਾ ਪ੍ਰਾਪਤ ਕਰ ਰਹੇ ਹੋ, ਸਭ ਧੰਨਤਾ ਦੇ ਯੋਗ ਹੋ ਜੋ ਆਪਣੇ ਸਵਾਸਾਂ ਨੂੰ, ਮਨੁੱਖਾ ਜਨਮ ਨੂੰ, ਸਮੇਂ ਨੂੰ ਸਫਲਾ ਬਣਾਉਣ ਦਾ ਯਤਨ ਕਰ ਰਹੇ ਹੋ। ਸੋ ਆਓ ਗੁਰੂ ਸਿੱਖ ਪਿਆਰਿਓ, ਦਾਤੇ ਦੀ ਕਿਰਪਾ ਦੇ ਨਾਲ ਲੜੀਵਾਰ ਕਥਾ ਵਿਚਾਰ ਕਰਨ ਸੁਣਨ ਦਾ ਸਮਾਂ ਮਿਲੇ। ਯਤਨ ਕਰੀਏ ਇੱਕ ਅੱਧਾ ਸ਼ਬਦ ਵੀ ਨਾ ਮਹਾਰਾਜ ਦਾ, ਇੱਕ ਅੱਖਰ ਵੀ ਹਿਰਦੇ ਵਸ ਜਾਏ, ਸਮਝ ਆ ਜਾਏ ਗੁਰਬਾਣੀ ਦੀ। ਗੁਰਬਾਣੀ ਦਾ ਸਿਧਾਂਤ ਕੀ ਹੈ, ਮਾਰਗ ਕਿਹੜਾ ਹੈ, ਪਤਾ ਲੱਗ ਜਾਏ ਤਾਂ ਇੱਥੇ ਆਇਆਂ ਦਾ ਸਮਾਂ ਲੇਖੇ 'ਚ ਹੈ, ਸਫਲ ਹੈ। ਸਮਝੋ ਕਿ ਸਾਡਾ ਜਾਗਿਆ ਉੱਠਿਆ ਹੋਇਆ, ਇੱਥੇ ਪਹੁੰਚਿਆ ਬੈਠਿਆ, ਦੁਨੀਆ 'ਚ ਆਇਆ, ਲੇਖੇ 'ਚ ਹੈ, ਸਫਲ ਹੋ ਗਿਆ। ਅਗਰ ਸਮਝ ਨਾ ਆਏ, ਉੱਪਰ ਦੀ ਲੰਘਦੀ ਹੈ ਗੱਲ, ਪੱਲੇ ਨਹੀਂ ਬੰਨ੍ਹਦੇ ਤਾਂ ਗੁਰਮੁਖੋ ਮਹਾਰਾਜ ਕਹਿੰਦੇ ਆ ਫਿਰ ਮਾਇਆ ਕਾਰਨ ਵਿਦਿਆ ਵਿੱਚ ਹੈ, ਜਨਮ ਅਵਿਰਥਾ ਜਾਈ। ਅਗਰ ਵਿਚਾਰਨੀ ਅਪਣਾਈ ਤਾਂ ਉਹ ਸਭ ਕੁਛ ਤੁਛ ਨੇ, ਕੋਈ ਕੀਮਤ ਨਹੀਂ।
ਆਓ ਆਪਣੀ ਵਿਚਾਰ ਤੇ। ਕੱਲ ਜੋ ਵਿਚਾਰਿਆ ਸੀ ਕਿ ਆ ਸਰੀਰ, ਆ ਦੇਹ, ਲਿਪਾ ਪੋਚੀ ਸਰੀਰ ਦੀ, ਲਿਸ਼ਕ ਪੁਸ਼ਕ, ਧਨ ਦੌਲਤ ਪਦਾਰਥ ਜਿਹੜੇ ਨੇ ਖੇ ਹੋਣ ਵਾਲੇ ਨੇ, ਸਭ ਨੂੰ ਪਤਾ ਹੈ। ਜਿੰਨਾ ਮਰਜੀ ਚੰਦਨ, ਸੋਹਣੇ ਪਹਿਰਾਵੇ, ਆਤਰ ਸੈਂਟ ਬੰਦਾ ਛਿੜਕੀ ਜਾਵੇ, ਸੋਹਣੇ ਕੱਪੜੇ, ਕਿਉਂਕਿ ਬਾਣੀ ਕਹਿੰਦੀ ਆ ਨਾ ਜੀ, ਹਰ ਰੋਜ਼ ਆਪਾਂ ਪੜ੍ਹਦੇ ਸੁਣਦੇ ਆ ਕਿ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਸੋਹਣਾ ਕੱਪੜਾ, ਸੋਹਣਾ ਰੂਪ, ਪਦਾਰਥ ਆ ਦੁਨੀਆ ਦੇ ਅੰਦਰ ਛੱਡ ਕੇ ਤੁਰ ਜਾਣਾ। ਖੇਹੂ ਖੇ ਰਲਾਈਐ ਛੋੜ ਚੱਲੈ ਘਰ ਬਾਰ। ਅੰਤ ਨੂੰ ਇਹ ਸਰੀਰ ਨੇ ਮਿੱਟੀ ਵਿੱਚ ਰੁਲ ਜਾਣਾ। ਫਿਰ ਇਉਂ ਜਿਹੜੇ ਘਰ ਆਪਣੇ ਲਈ ਬਣਾਉਣਾ ਕੀਤੇ ਸਨ, ਜਿਹੜੇ ਘਰ ਦੇ ਕਿਸੇ ਸਮੇਂ ਬੰਦੇ, ਸਾਰੀ ਆਪਾਂ ਹੀਰੋ ਅੱਜ, ਜ਼ਿੰਮੇਵਾਰੀਆਂ ਨੇ, ਆਹ ਵੀ ਦੇਖਣਾ, ਮੈਂ ਉਹ ਵੀ ਦੇਖਣਾ, ਤਵਾਂ ਜਿਹੜੀ ਹੈ ਖੜਦੀ ਨਹੀਂ ਬੰਦੇ ਦੀ, ਸਾਰੀ ਆਪਾਂ ਵਿੱਚੇ ਆ। ਆਹ ਕਰ ਲਾ, ਮੈਂ ਉਹ ਕਰ ਲਾ, ਮੇਰਾ ਘਰ ਹੈ। ਬੜੀ ਗੌਰ ਰੱਖੀ, ਬੜੇ ਬੰਦਾ ਕੈਮਰੇ ਲਾਉਂਦਾ ਜੀ, ਸਿਕਿਉਰਿਟੀ ਗਾਰਡ ਰੱਖਦਾ, ਮਹਿੰਗੇ ਮਹਿੰਗੇ ਕੁੱਤੇ ਪਾਲਦਾ ਘਰ ਦੀ ਰਾਖੀ ਵਾਸਤੇ, ਆਪ ਵੀ ਪੂਰੀ ਗੌਰ ਰੱਖਦਾ ਹੈ। ਆਨਲਾਈਨ ਕੈਮਰੇ ਲਗਵਾਏ ਹੋਏ ਨੇ, ਵਾਈਫਾਈ, ਬਾਹਰ ਜਾ ਕੇ ਵੀ ਦੇਖਦਾ ਹੈ। ਪਰ ਅੰਤ ਨੂੰ ਉਸੇ ਘਰ ਨੂੰ, ਉਹਨਾਂ ਕੈਮਰਿਆਂ ਨੂੰ, ਪਦਾਰਥਾਂ ਨੂੰ ਬੰਦਾ ਇੱਥੇ ਛੱਡ ਕੇ ਤੁਰ ਜਾਂਦਾ। ਜਿਹੜੇ ਬਣਾਏ ਸਨ ਦਰਵਾਜ਼ੇ, ਸੋਹਣੇ ਘਰ-ਬਾਰ, ਸਭ ਇੱਥੇ ਰਹਿ ਗਏ। ਸੋ ਉਜਾੜ ਵਿੱਚ ਛੱਡ ਕੇ ਆਉਣਗੇ ਇੱਕ ਦਿਨ ਘਰ ਦੇ ਸ਼ਮਸ਼ਾਨ ਭੂਮੀ 'ਚ। ਉੱਚੇ ਮੰਦਰ ਸਾਲ ਰਸੋਈ, ਏਕ ਘਰੀ ਫੁਣ ਰਹਿਣ ਨਾ ਹੋਈ। ਜਦੋਂ ਘੜਾ ਫੁੱਟ ਗਿਆ ਨਾ ਜੀ ਸਵਾਸਾਂ ਰੂਪੀਆ, ਉਡਾਰੀ ਲੱਗ ਗਈ ਭੌਰ ਦੀ, ਇੱਕ ਘੜੀ ਵੀ ਕਿਸੇ ਨੇ ਰਹਿਣ ਨਹੀਂ ਦੇਣਾ, ਇੱਕ ਘੜੀ ਵੀ ਵਿਦਾ ਕਰ ਦੇਣਗੇ। ਤੇ ਮਹਾਰਾਜ ਕਹਿੰਦੇ ਆ, ਮਹਿਰ ਮਲੂਕ ਕਹਾਈਐ ਰਾਜਾ ਰਾਓ ਕੇ ਖਾਨ। ਮਹਿਰ ਗੁੱਜਰਾਂ ਦੇ ਲੰਬੜਦਾਰ ਦੇ ਮੁਖੀ ਦਾ ਨਾਮ। ਮਹਿਰ ਗੁੱਜਰਾਂ ਦਾ ਜਿਹੜਾ ਲੰਬੜਦਾਰ ਹੁੰਦਾ ਨਾ, ਉਹ ਮੁਖੀ ਦਾ ਨਾਮ ਹੈ। ਮਲੂਕ ਕਹੀਏ ਬਲੋਚਾਂ ਦੇ ਲੰਬੜਦਾਰ, ਮਲੂਕ ਜਿਹੜਾ ਬਲੋਚਾਂ ਦਾ ਨੰਬਰਦਾਰ ਹੁੰਦਾ, ਉਹਦਾ ਨਾਮ ਹੁੰਦਾ ਮਹਿਰ ਮਲੂਕ ਕਹਾਈਐ। ਬੜਾ ਬੰਦਾ ਆਪਣੇ ਆਪ ਨੂੰ ਉੱਚਾ ਖਵਾਉਂਦਾ ਹੈ, ਸੰਸਾਰਕ ਤੌਰ ਤੇ ਅਹੁਦੇ ਪਦਵੀਆਂ ਮਿਲ ਜਾਂਦੀਆਂ ਨਾ ਜੀ, ਕੋਈ ਕੁਛ ਬਣ ਜਾਂਦਾ, ਕੋਈ ਕੁਛ ਬਣ ਜਾਂਦਾ, ਫਲਾਣਾ ਲੰਬੜਦਾਰ ਜੀ, ਫਲਾਣਾ ਆ, ਫਲਾਣਾ ਉਹ, ਪਦਵੀ ਆ। ਰਾਜਾ ਰਾਓ ਕੇ ਖਾਨ, ਸਤਿਗੁਰ ਕਹਿੰਦੇ ਆ ਇਉਂ ਮਹਿਰ ਕਹਾਉਂਦਾ, ਮਲੂਕ ਕਹਾਉਂਦਾ ਬੰਦਾ, ਭਾਵ ਆਪਣੇ ਕੰਮਾਂ ਦੇ ਆਗੂ ਬਣ ਜਾਈਏ, ਆਪਣੀਆਂ ਕੌਮਾਂ ਦੇ ਆਗੂ ਬਣ ਜਾਈਏ। ਬੜੇ ਨੇ ਸੰਸਾਰ ਦੇ ਵਿੱਚ, ਹੈ ਤਾਂ ਉਹ ਵੀ ਆਪਣੇ ਵਰਗੇ, ਪਰ ਆਗੂ ਬਣੇ ਹੋਏ ਨੇ, ਮੂਹਰੇ ਲੱਗੇ ਹੋਏ ਨੇ, ਭਾਵ ਕਿ ਕੌਮਾਂ ਦੇ ਆਗੂ। ਮਲੂਕ ਨਾਮ ਮਲਕ ਜਮਾ ਕਰਨ ਤੋਂ ਵੀ ਹੈ, ਮਲਕ ਜਮਾ ਕਰਨ ਤੋਂ। ਮਲਕ ਕਹੀਏ ਪਦਾਰਥ, ਧਨ ਦੌਲਤ, ਜਿਹੜਾ ਇਹਨਾਂ ਨੂੰ ਜਮਾ ਕਰਦਾ, ਇਹ ਧਨ ਸੰਪਦਾ ਵਿਭੂਤੀ ਦਾ ਨਾਮ ਹੈ ਮਲਕ। ਕੋਸਾਂ ਵਿੱਚ ਐਸੇ ਅਰਥ ਨੇ, ਇਸ ਕਰਕੇ ਬਾਦਸ਼ਾਹ ਦਾ ਨਾਮ ਮਲੂਕ ਪੈ ਗਿਆ। ਕਹਿੰਦੇ ਜੇਕਰ ਪਾਤਸ਼ਾਹ ਕਹਾ ਲੈਣਾ ਕਰੀਏ, ਜਾਂ ਰਾਜਾ ਕਹੀਏ, ਰਜਵਾੜਿਆਂ ਦੇ ਮਾਲਕ ਕਹਾ ਲਈਏ, ਰਾਓ ਕਹੀਏ, ਛੋਟੇ ਰਾਜੇ ਕਹਿ ਲੈਣਾ, ਜਾਂ ਪਠਾਣਾ ਦਾ ਸਰਦਾਰ ਕਹਾ ਲਈਏ। ਚੌਧਰੀ ਰਾਓ ਸੁਦਾਈ ਹੈ, ਜਲ ਬਲੀਐ ਅਭਿਮਾਨ।
ਚੌਧਰੀ ਜਿਸ ਦੇ ਕੋਲ ਚੌਧਰ ਹੋਵੇ। ਪੁਰਾਣੇ ਸਮੇਂ ਦੇ ਵਿੱਚ ਜਿਸ ਵਿਅਕਤੀ ਕੋਲ ਪਿੰਡ ਦੀ ਚੌਧਰ ਹੁੰਦੀ ਸੀ ਉਹਨੂੰ ਚੌਧਰੀ ਭਾਵ ਨਗਰ ਦਾ ਮੁਖੀਆ, ਤੇ ਹੁਣ ਬੋਲੀ ਦੇ ਵਿੱਚ ਉਹਨੂੰ ਪੰਚ ਸਰਪੰਚ ਕਿਹਾ ਜਾਂਦਾ ਹੈ। ਅਤੇ ਰਾਓ ਕਹੀਏ ਉਪਰਾਜ ਅਮੀਰ, ਜਿਵੇਂ ਹੁਣ ਇਹ MP ਕਹੀਏ ਜਾਂ ਹੋਰ ਬੰਬੇ ਵੱਲ ਨੂੰ, ਮਹਾਰਾਸ਼ਟਰ ਵੱਲ ਨੂੰ, ਰਾਜਪੂਤਾਨਾ ਦੇ ਵਿੱਚ ਅਮੀਰਾਂ ਦੀ ਇੱਕ ਪਦਵੀ ਦਾ ਨਾਮ ਜਿਹੜਾ ਨਾ ਰਾਓ ਹੈ। ਇਉਂ ਐਸੀਆਂ ਵਡਿਆਈਆਂ ਪਾ ਕੇ ਚੌਧਰੀ ਰਾਓ ਰਾਜਾ ਖਾਨ ਮਹਿਰ ਮਲੂਕ ਸੁਲਤਾਨ ਬਾਦਸ਼ਾਹ ਬੇਅੰਤ ਨਾਮ ਨੇ। ਕਹਾਵੇ ਬੰਦਾ, ਪਰ ਇਹਦਾ ਕੀ ਫਲ ਪ੍ਰਾਪਤ ਹੋਇਆ? ਐਵੇਂ ਹੀ ਹੰਕਾਰ ਵਿੱਚ ਜਲ ਬਲ ਕੇ ਸਵਾਹ ਹੋ ਜਾਂਦਾ ਹੈ, ਹੋਰ ਕੋਈ ਵੀ ਲਾਭ ਨਹੀਂ ਪ੍ਰਾਪਤ ਹੁੰਦਾ। ਵਾਧੂ ਦੀ ਮੈਂ ਮੇਰੀ ਹੈ। ਵੇਖੋ, ਇੱਕ ਅਮੀਰ ਰਾਜਾ, ਦੁਨੀਆ ਦਾ ਬਾਦਸ਼ਾਹ, ਠੀਕ ਹੈ, ਮੌਤ ਉਹਦੀ ਵੀ ਆਉਣੀ ਆ, ਉਹਨੇ ਵੀ ਉਵੇਂ ਹੀ ਜਾਣਾ ਹੈ। ਇਸੇ ਤਰ੍ਹਾਂ ਕੋਈ ਗਰੀਬ ਹੈ, ਕੋਈ ਮੰਗਤਾ, ਉਹਨੇ ਵੀ ਉਵੇਂ ਹੀ ਜਾਣਾ। ਉਵੇਂ ਹੀ ਆਇਆ, ਉਵੇਂ ਹੀ ਜਾਊ ਬੰਦਾ। ਭਾਵ ਇੱਕੋ ਜਿਹਾ ਸਭ ਦਾ ਆਉਣਾ ਜਾਣਾ ਸੰਸਾਰ ਦੇ ਵਿੱਚ। ਤੇ ਸਤਿਗੁਰ ਕਹਿੰਦੇ ਆ, ਮਨਮੁਖ ਨਾਮ ਵਿਸਾਰਿਆ ਜਿਉਂ ਡਬ ਦੱਧਾ ਕਾਨ। ਮਨਮੁਖ ਜੀਵਾਂ ਨੇ ਪਰਮਾਤਮਾ ਦੇ ਨਾਮ ਨੂੰ ਭੁਲਾ ਦਿੱਤਾ ਹੈ। ਜਿਸ ਪ੍ਰਕਾਰ ਡਬ ਕਹੀਏ ਡੌਂ ਅਗਨੀ ਦੇ ਨਾਲ, ਕਾਨ ਕਹੀਏ ਜੰਗਲ ਦੱਧਾ ਸੜਿਆ ਜਾਂਦਾ ਹੈ। 9 ਪ੍ਰਕਾਰ ਦੀ ਅੱਗ ਹੈ। ਇੱਕ ਡੌਂ ਅਗਨੀ ਹੈ, ਉਹ ਡੌਂ ਅਗਨੀ ਕਾਰਨ ਸਾਰਾ ਜੰਗਲ ਮੱਚ ਜਾਂਦਾ। ਇਹ ਨਹੀਂ ਕਿ ਜਿਹੜੀ ਆਪਾਂ ਘਰਾਂ 'ਚ ਬਾਲਦੇ ਹਾਂ ਇਹ ਅੱਗ ਉੱਥੇ ਜਾਂਦੀ ਹੈ, ਨਹੀਂ। ਕਿਤੇ ਅੱਗ ਕਿਵੇਂ ਪੈਦਾ ਹੁੰਦੀ ਹੈ, ਕਿਵੇਂ ਕੋਈ ਪੈਦਾ ਹੁੰਦੀ ਹੈ। ਹੁਣ ਬਿਜਲੀ ਤੋਂ ਵੀ ਅੱਗ ਲੱਗ ਜਾਂਦੀ ਹੈ, ਕਰੰਟ ਤੋਂ। ਪੱਥਰਾਂ ਦਾ ਭਿੜਨਾ, ਇੱਕ ਪੰਛੀ ਹੈ, ਉਹਦੇ ਜਦੋਂ ਖੰਭ ਆਪਸ ਦੇ ਵਿੱਚ ਟਕਰਾਉਂਦੇ ਨੇ, ਭਿੜਦੇ ਨੇ, ਅੱਗ ਪੈਦਾ ਹੋ ਜਾਂਦੀ ਹੈ। ਇਹ ਡੌਂ ਅਗਨੀ। ਡੌਂ ਅਗਨੀ ਦੇ ਨਾਲ ਜੰਗਲ ਸੜਿਆ ਹੁੰਦਾ ਹੈ। ਇਸੇ ਤਰ੍ਹਾਂ ਮਨਮੁਖ ਲੋਕ ਜਿਹੜੇ ਨੇ ਨਾ, ਸੜੇ ਹੋਏ ਜੰਗਲ ਦੀ ਨਿਆਈ ਨੇ। ਜਿਵੇਂ ਅੱਗ ਦੇ ਵਿੱਚ ਸੜਿਆ ਕਾਨਾ ਉੱਪਰੋਂ ਤਾਂ ਪ੍ਰਤੀਤ ਹੁੰਦਾ ਹੈ, ਪਰੰਤੂ ਉਹ ਨਿਰੀ ਸੁਆਹ ਹੀ ਹੁੰਦੀ ਆ। ਇਸ ਪ੍ਰਕਾਰ ਮਨਮੁਖਾਂ ਦੇ ਸਰੀਰਾਂ ਦੇ ਆਕਾਰ ਦਿਸਣ ਨੂੰ ਤਾਂ ਇੱਕੋ ਜਿਹੇ ਨੇ, ਦਿਸਦੇ ਤਾਂ ਹੈ ਨੇ ਉਹ ਮਨਮੁਖਾਂ ਦੇ ਸਰੀਰ, ਪਰ ਤ੍ਰਿਸ਼ਨਾ ਦੀ ਡੌਂ ਰੂਪੀ ਅਗਨ ਜਿਹੜੀ ਆ ਨਾ, ਉਹ ਉਹਦੇ ਵਿੱਚ ਸਾੜੇ ਹੋਏ ਨੇ, ਮੱਚੇ ਹੋਏ ਨੇ। ਇੱਕ ਅੱਧੀ ਅੱਗ ਨਾ ਮੰਨੀਏ ਅੰਦਰ, ਥੋੜਾ ਬਹੁਤਾ ਸੇਕ ਨਾ ਮੰਨੀਏ ਅੰਦਰ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਅੰਦਰ ਨੇ। ਕੋਈ ਬੰਦਾ ਐਵੇਂ ਮੱਚੀ ਜਾਂਦਾ, ਉਹ ਆਪਣੀ ਅੱਗ ਦੇ ਵਿੱਚ ਆਪ ਹੀ ਮੱਚਦਾ। ਜਿਵੇਂ ਸੱਪ ਦਾ ਜੀਵਨ ਆ ਨਾ, ਬਹੁਤ ਵਾਰ ਵਿਚਾਰ ਆਪਾਂ ਕੀਤੀ ਹੈ ਕਿ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ। ਸੱਪ ਵਾਲਾ ਜੀਵਨ ਉਹਨਾਂ ਦਾ। ਉਮਰ ਤਾਂ ਹੁੰਦੀ ਹੈ ਲੰਮੀ, ਪਰ ਗੁਰਮੁਖੋ ਉਹ ਆਪਣੀ ਤਾਕਤ ਦੇ ਵਿੱਚ, ਆਪਣੇ ਬਲ ਦੇ ਵਿੱਚ ਆਪੇ ਹੀ ਮੱਚੀ ਜਾਂਦੇ ਨੇ। ਜਿਵੇਂ ਸੱਪ ਮੱਚਦਾ, ਆਪਣੀ ਜ਼ਹਿਰ ਵਿਉ ਦੇ ਵਿੱਚ ਉਹ ਆਪੇ ਮੱਚਦਾ ਰਹਿੰਦਾ, ਘੁਲਦਾ ਰਹਿੰਦਾ, ਅੰਦਰ ਅੰਦਰ ਤੜਫਦਾ। ਮਹਾਰਾਜ ਕਹਿੰਦੇ ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਜਿਹੜੀ ਆ ਨਾ, ਉਹ ਉਹਦੇ ਵਿੱਚ ਸੜਦੇ ਨੇ। ਜਿਸ ਤਰ੍ਹਾਂ ਕਾਨਾ ਸੜਿਆ ਹੋਇਆ ਉੱਪਰੋਂ ਲਿਸ਼ਕਦਾ, ਇਸ ਤਰ੍ਹਾਂ ਉੱਪਰੋਂ ਸਰੀਰ ਦੀ ਚਮਕ ਦਮਕ ਦਿਸਦੀ ਹੈ। ਇਹਨਾਂ ਵਿੱਚ ਨਾਮ ਬਾਣੀ ਤੇ ਪ੍ਰੇਮ ਦਾ ਕੋਈ ਵੀ ਰਸ ਨਹੀਂ। ਇਹ ਕਾਮ ਕ੍ਰੋਧ ਦੀ ਡੌਂ ਅਗਨੀ ਦੇ ਵਿੱਚ ਸੜੇ ਹੋਏ ਨੇ। ਅਗਰ ਅੰਦਰ ਪ੍ਰੇਮ ਨਹੀਂ, ਪਿਆਰ ਨਹੀਂ, ਸੰਸਾਰ ਵਿੱਚ ਰਹਿਣਾ ਨਹੀਂ ਨਾ ਆ ਰਿਹਾ, ਮਨ ਦੇ ਪਿੱਛੇ ਤੁਰਨੇ ਆਪਾਂ, ਉੱਥੇ ਸਮਝੋ ਕਿ ਮਨਮੁਖਾਂ ਦੀ ਬਿਰਤੀ ਚੁੱਕੀ ਫਿਰਦੇ ਆ, ਮੱਚਦੇ ਅੰਦਰੋਂ ਬੰਦਾ ਸੜਦਾ। ਤੇ ਸਤਿਗੁਰ ਕਹਿੰਦੇ ਆ ਸੰਸਾਰ ਦੇ ਵਿੱਚ ਭਾਈ ਹਉਮੈ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ।
ਆ ਜਿੰਨੀ ਵੀ ਸ੍ਰਿਸ਼ਟੀ ਹੈ ਨਾ, ਉਹ ਹਉਮੈ ਕਰਕੇ ਚਲੀ ਗਈ, ਪਿੱਛੇ ਵੀ ਚਲੀ ਗਈ, ਹੁਣ ਵੀ ਜਾ ਰਹੀ ਆ। ਐਸਾ ਸੰਸਾਰ ਦੇ ਵਿੱਚ ਕੋਈ ਨਹੀਂ ਜਿਹੜਾ ਮੈਂ ਮੇਰੀ ਨਹੀਂ ਕਰਦਾ। ਸਾਰੀ ਕਾਇਨਾਤ, ਜਿੰਨੇ ਵੀ ਜੀਵ ਨੇ, ਹਰ ਕੋਈ ਮੈਂ ਮੇਰੀ ਦੇ ਵਿੱਚ ਫਸਿਆ। ਸਾਰੀ ਕਰਦੇ ਆਪਾਂ ਮੈਂ ਕਥਾ ਕਰਦਾ, ਮੈਂ ਗੁਰਦੁਆਰੇ ਚੱਲਿਆ, ਮੈਂ ਇੰਨਾ ਟਾਈਮ ਨਿਤਨੇਮ ਕਰਦਾ, ਮੈਂ ਇੰਨੀ ਸੇਵਾ ਕਰਦਾ, ਮੈਂ ਆਹ ਕਰਦਾ, ਮੇਰੇ ਤੋਂ ਬਿਨਾਂ ਕੋਈ ਕੰਮ ਹੀ ਕਰ ਹੀ ਨਹੀਂ ਸਕਦਾ। ਮੈਂ ਆਹ ਕੀਤਾ, ਮੈਂ ਉਹ ਕੀਤਾ। ਹਰ ਕੰਮ ਦੇ ਵਿੱਚ ਮੈਂ ਜਿਹੜੀ ਆ ਨਾ, ਬੰਦੇ ਨੇ ਕਮਰਸ਼ੀਅਲ ਬਣਾ ਲਈ ਹਰ ਦੇ ਵਿੱਚ। ਜਿਸ ਤਰ੍ਹਾਂ ਆ ਮੈਂ ਤੋਂ ਤੂੰ ਨਹੀਂ ਨਾ ਹੁੰਦਾ, ਉਹਨਾਂ ਟਾਈਮ ਗੱਲ ਨਹੀਂ ਜੇ ਬਣਦੀ। ਗੋਰਖ ਕਹਿੰਦਾ, ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ, ਨਾਨਕਾ ਸੰਸਾਰ ਦੀ ਪੈਦਾਇਸ਼ ਕਿਵੇਂ ਆ? ਜੱਗ ਜਿਹੜਾ ਕਿਵੇਂ ਪੈਦਾ ਹੁੰਦਾ? ਸੰਸਾਰ ਭਾਵ ਕਿ ਦੁਨੀਆ ਮਰਦੀ ਕਿਵੇਂ ਆ? ਜਨਮ ਕਿਵੇਂ ਆ ਸੰਸਾਰ ਦਾ? ਕਿਉਂ ਆਉਂਦੇ ਨੇ? ਕਿਵੇਂ ਆਉਂਦੇ ਨੇ? ਕਿਹੜੇ ਕਾਰਨ ਪੈਦਾ ਹੁੰਦੇ ਆ ਤੇ ਕਿਹੜੇ ਕਾਰਨ ਇਹ ਮਰ ਜਾਂਦੇ ਨੇ ਲੋਕ ਸੰਸਾਰ ਦੇ? ਕਹਿੰਦੇ ਕਿਤ ਕਿਤ ਬਿਦ ਜਗ ਉਪਜੈ, ਪੁਰਖਾ ਸਿੱਧ ਗੋਸ਼ਟ ਦੀ ਵਿਚਾਰ ਹੈ ਗੁਰੂ ਗ੍ਰੰਥ ਸਾਹਿਬ ਜੀ। ਕਿਤ ਕਿਤ ਬਿਦ ਜਗ ਉਪਜੈ, ਪੁਰਖਾ ਕਿਤ ਕਿਤ ਬਿਦ ਮਰ ਜਾਈ। ਕਿਹੜੀ ਵਿਧੀ ਰਾਹੀਂ ਕਹਿੰਦੇ ਸੰਸਾਰ ਪੈਦਾ ਹੁੰਦਾ ਤੇ ਕਿਹੜੀ ਵਿਧੀ ਰਾਹੀਂ, ਕਿਵੇਂ ਭਾਵ ਕਿ ਕਿੱਦਾਂ ਸੰਸਾਰ ਖਤਮ ਹੁੰਦਾ ਹੈ? ਤੇ ਮਹਾਰਾਜ ਨੇ ਜਵਾਬ ਦਿੱਤਾ, ਕਹਿੰਦੇ ਭਾਈ ਹਉਮੈ ਵਿੱਚ ਜਗ ਉਪਜੈ, ਪੁਰਖਾ ਹਉਮੈ ਵਿੱਚ ਮਰ ਜਾਈ। ਕਹਿੰਦੇ ਹਉਮੈ ਦੇ ਵਿੱਚ ਹੀ ਇਹ ਪੈਦਾ ਹੁੰਦਾ ਹੈ, ਹਉਮੈ ਦੇ ਵਿੱਚ ਹੀ ਮਰ ਜਾਂਦਾ ਹੈ ਮੈਂ। ਉਹ ਕਹਿੰਦੇ ਹਉਮੈ ਕਰ ਕਰ ਜਾਏ ਸੀ ਜੋ ਆਇਆ ਜਗ ਮਾਏ। ਜਿਹੜਾ ਵੀ ਸੰਸਾਰ ਦੇ ਵਿੱਚ ਪੈਦਾ ਹੋਇਆ ਉਹ ਮੈਂ ਕਰਕੇ ਜਾਂਦਾ। ਹਉਮੈ ਦਾ ਰੋਗ ਨਾਲੇ ਚੁੱਕੀ ਫਿਰਦਾ, ਉਹੀ ਤਾਗਣਾ। ਸੰਸਾਰ ਵਿੱਚ ਆਇਆ, ਮੈਂ ਨੂੰ ਨਾਲੇ ਲੈ ਕੇ ਜਨਮਿਆ ਸੀ। ਜਿਨ ਰਚ ਰਚਿਆ ਪੁਰਖ ਵਿਧਾਤੇ, ਨਾਲੇ ਹਉਮੈ ਪਾਈ। ਜਿਸ ਦਿਨ ਮਾਲਕ ਨੇ ਸਾਡਾ ਰਚਨ ਰਚਿਆ ਨਾ, ਸਾਡੀ ਪੈਦਾਇਸ਼ ਕੀਤੀ ਅੰਦਰ, ਮਾਂ ਦੇ ਪੇਟ ਦੇ ਵਿੱਚ ਸਾਡੀ ਜੋਤ ਪਾਈ, ਸਾਡਾ ਰਚਨ ਕੀਤਾ ਅੰਦਰ, ਉਦਰ ਦੇ ਵਿੱਚ ਸਾਡਾ ਸਰੀਰ ਬਣਿਆ, 9 ਮਹੀਨੇ ਬੱਚਾ ਅੰਦਰ ਰਹਿੰਦਾ। ਉਸੇ ਟਾਈਮ ਮਾਲਕ ਨੇ ਹਉਮੈ ਵੀ ਨਾਲੇ ਪਾਤੀ, ਕਿਉਂਕਿ ਜੁਗਾਂ ਜੁਗਾਂ ਤੂੰ ਚੁੱਕੀ ਫਿਰਦੇ ਆਪਾਂ ਉਹੀ। ਤੇ ਫਿਰ ਸੰਸਾਰ ਵਿੱਚ ਜਨਮ ਜਿਹੜਾ ਹੋਇਆ ਨਾ ਬੰਦੇ ਦਾ, ਆਪਣੀ ਮੈਂ ਨੂੰ ਖਤਮ ਕਰਨ ਦੇ ਵਿੱਚ ਹੋਇਆ। ਮੈਂ ਹਉਮੈ ਜਿਹੜੀ ਆ, ਹਉਮੈ ਦੀ ਮੈਲ ਜਿਹੜੀ ਆ, ਉਹ ਉਤਾਰਨ ਵਾਸਤੇ ਹੋਇਆ। ਨਹੀਂ ਫਿਰ ਬਿਨ ਹਉ ਤਿਆਗ ਕਹਾਂ ਕੂ ਤਿਆਗੀ। ਉਹ ਕਹਿੰਦੇ ਜਿਹਨੇ ਮੈਂ ਨਹੀਂ ਨਾ ਤਿਆਗੀ, ਨੂੰ ਫਿਰ ਛੱਡਿਆ ਕੀ ਸੰਸਾਰ ਚ ਆ ਕੇ? ਮੈਂ ਤਿਆਗਣੇ। ਰੱਬ ਨਾ ਜਿਹੜਾ ਜੀ, ਪਰਮੇਸ਼ਰ ਜਿਹੜਾ ਹੈ, ਉਹਨੂੰ ਕਿਸੇ ਨਾਲ ਵਿਰੋਧਤਾ ਨਹੀਂ। ਉਹ ਕਿਸੇ ਨੂੰ ਮਾੜਾ ਨਹੀਂ ਕਹਿੰਦਾ। ਕੋਈ ਚੰਗੇ ਨੇ, ਕੋਈ ਮਾੜੇ ਨੇ, ਉਹ ਤਾਂ ਕਹਿੰਦਾ ਸੱਜਣਾ ਜਿਵੇਂ ਕਰੇਗਾ ਭਰ ਲੇਗਾ, ਮੈਨੂੰ ਕੀ ਆ। ਜਿੱਦਾਂ ਦੇ ਨਾ ਤੂੰ ਕਮਾਏਗਾ ਉਦਾਂ ਦੇ ਭਰੀ ਜਾਏਗਾ। ਚੰਗੇ ਕਰ ਲੈ, ਮਾੜੇ ਕਰ ਲੈ। ਰੱਬ ਫਿਰ ਵਿਰੋਧਤਾ ਕਿਹੜੀ ਗੱਲ ਦੀ ਕਰਦਾ ਆਪਣੇ? ਉਹ ਕਹਿੰਦੇ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। ਭਾਵ ਕੇ ਹਰਜੂ ਹੰਕਾਰ ਨਾ ਭਾਵੀ, ਵੇਦ ਕੂਕ ਸੁਣਾਵੈ। ਰੱਬ ਨੂੰ ਹੰਕਾਰ ਮੈਂ ਹਉਮੈ ਨਹੀਂ ਪਾਉਂਦਾ। ਇਹ ਵੇਦ ਵੀ ਕੂਕ ਇਹੀ ਸੁਣਾਉਂਦੇ ਨੇ। ਬਸ ਮੈਂ ਤੋਂ ਪਰੇ ਹੋਣਾ। ਹਉਮੈ ਹੰਕਾਰ ਉਹ ਤਿਆਗਣਾ ਹੈ। ਜੋ ਆਇਆ ਜਗ ਮਾਹੇ, ਜਿਹੜਾ ਵੀ ਆਇਆ ਹਉਮੈ ਚ ਹੀ ਆਉਂਦਾ, ਹਉਮੈ ਦੇ ਵਿੱਚ ਹੀ ਇੱਥੋਂ ਚਲਾ ਜਾਂਦਾ। ਹਉਮੈ ਕਰ ਕਰ ਇੱਥੋਂ ਜਾਂਦਾ ਹੈ ਬੰਦਾ। ਸਭ ਜਗ ਕਾਜਲ ਕੋਠੜੀ, ਮਨ ਤਨ ਦੇ ਸੁਆਏ। ਸਾਰਾ ਸੰਸਾਰ ਕਾਜਲ ਕਹੀਏ ਸਿਆਹੀ, ਭਾਵ ਕਾਲਖ ਦੀ ਕੋਠੜੀ ਦੀ ਨਿਆਈ ਹੈ। ਜਿਵੇਂ
ਸੁਰਮੇਦਾਨੀ ਹੁੰਦੀ ਆ ਨਾ, ਸੁਰਮੇ ਦੀ ਕੋਠੜੀ ਕਹੀਏ, ਉਹਦੇ ਵਿੱਚ ਪੈ ਕੇ ਜੇ ਹੁਣ ਭਾਵ ਕੋਲੇ ਵਾਲੀ ਖਾਨ ਕਹਿ ਲਈਏ ਜਾਂ ਸੁਰਮੇ ਦਾ ਸੁਰੰਗ ਕਹਿ ਲਈਏ, ਸੁਰਮੇ ਦੀ ਕੋਠੜੀ ਕਹਿ ਲਈਏ, ਜਿੱਥੇ ਨਿਰੀ ਕਾਲਖ ਆ, ਜਿਵੇਂ ਭੱਠੇ 'ਚ ਵੜ ਜੇ ਬੰਦਾ, ਜਿੱਥੋਂ ਦੀ ਉਹ ਧੂੰਆਂ ਜਾਂਦਾ ਹੈ, ਉਹ ਕਹਿੰਦੇ ਉਹਦੇ ਵਿੱਚ ਪੈ ਕਰਕੇ ਨਾ ਸਿਰ ਮੂੰਹ ਜਿਹੜਾ ਨਾ ਬੰਦੇ ਦਾ ਕਾਲਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸੰਸਾਰ ਵਿੱਚ ਵਿਸ਼ੇ ਵਿਕਾਰਾਂ ਪਾਪਾਂ ਦੀ ਕਾਲਖ ਦਾ ਭਰਿਆ ਹੋਇਆ ਹੈ ਆ ਸੰਸਾਰ। ਇਹਨਾਂ ਵਿਸ਼ਿਆਂ ਨਾਲ ਲੱਗ ਕੇ ਸਰੀਰ ਵੀ ਸੁਆਹ ਹੋ ਜਾਂਦਾ ਹੈ, ਮਨ ਵੀ ਕਾਲਾ ਹੋ ਜਾਂਦਾ ਹੈ। ਇਸ ਕਰਕੇ ਲਾਹਨਤਾਂ ਦੀ ਸੁਆਹ ਪੈਂਦੀ ਹੈ, ਪਰ ਬਚਿਆ ਕੌਣ ਹੈ? ਹਰ ਟਾਈਮ ਲਾਹਨਤ ਹੈ, ਵਿਸ਼ੇ ਵਿਕਾਰਾਂ ਦੀ ਅੱਗ ਹੈ, ਕਾਲਖ ਹੈ ਨਿਰੀ। ਭਾਵ ਜੇਤਾ ਮੋਹ ਪ੍ਰੀਤ ਸਵਾਦ, ਸਭੈ ਕਾਲਖ ਦਾਗਾ ਦਾਗ। ਆ ਜਿੰਨਾ ਵੀ ਮੋਹ ਪਾਉਂਦਾ ਨਾ ਬੰਦਾ ਵਿਸ਼ਿਆਂ ਵਿਕਾਰਾਂ 'ਚ, ਤੰਦਾਂ ਜੋੜਦਾ, ਜਿੱਥੇ ਜਿੱਥੇ ਵੀ ਬਿਰਤੀਆਂ ਮਾੜੇ ਖਿਆਲਾਤ ਪੈਦਾ ਹੁੰਦੇ ਆ ਸਾਡੇ ਅੰਦਰ, ਇਹ ਕਾਲਖ ਹੈ। ਹਰ ਕੋਈ ਇਹਦੀ ਲਪੇਟ 'ਚ ਹੈ। ਬਚਿਆ ਕੌਣ ਹੈ? ਬਚਾ ਕਿਹਦਾ ਹੋਇਆ? ਮਹਾਰਾਜ ਕਹਿੰਦੇ ਆ ਜੀ, ਗੁਰ ਰਾਖੇ ਸੇ ਨਿਰਮਲੇ, ਸ਼ਬਦ ਨਿਵਾਰੀ ਪਾਏ। ਕਹਿੰਦੇ ਜਿਨ੍ਹਾਂ ਦੇ ਗੁਰੂ ਸਾਹਿਬ ਜੀ ਦੀ ਰੱਖਿਆ ਹੋ ਗਈ ਨਾ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਰੱਖ ਲਿਆ, ਜਿਨ੍ਹਾਂ ਦੇ ਰਾਖੇ ਗੁਰੂ ਸਾਹਿਬ ਜੀ ਨੇ, ਭਾਵ ਕੇ ਸਤਿਗੁਰੂ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਗੁਰੂ ਜਿਹੜਾ ਆਪਣੇ ਸਿੱਖ ਦੀ ਸਦਾ ਹੀ ਪ੍ਰਤਪਾਲਨਾ ਕਰਦਾ ਹੈ, ਸੇਵਕ ਨੂੰ ਗੁਰੂ ਸਦਾ ਹੀ ਦਿਆਲ ਰਹਿੰਦਾ ਹੈ। ਜਿਹਦੀ ਰੱਖਿਆ ਗੁਰੂ ਕਰਨ ਵਾਲਾ ਹੈ, ਉਹ ਪੁਰਸ਼ ਇਸ ਸੰਸਾਰ ਰੂਪੀ ਕਜਲ ਦੀ ਕੋਠੜੀ ਦੇ ਵਿੱਚ ਰਹਿੰਦੇ ਹੋਏ ਵਿਕਾਰਾਂ ਤੇ ਪਾਪਾਂ ਦੀ ਮੈਲ ਤੋਂ ਨਿਰਮਲ ਹੋ ਜਾਂਦੇ ਆ, ਸ਼ੁੱਧ ਹੋ ਗਏ। ਕਿਉਂਕਿ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਵਿਕਾਰਾਂ ਦੀ ਮੈਲ ਜਿਹੜੀ ਆ ਨਾ, ਸ਼ਬਦ ਦੁਆਰਾ ਉਹਨਾਂ ਨੂੰ ਬਚਾ ਕੇ ਤ੍ਰਿਸ਼ਨਾ ਦੀ ਭਾਹੇ ਕਹੀਏ ਅੱਗ ਜਿਹੜੀ ਆ, ਉਹ ਨਿਵਰਤ ਕਰ ਦਿੱਤੀ। ਕਾਲ ਦੀ ਅੱਗ, ਮਾਇਆ ਦੀ ਇੱਛਾ ਰੂਪ ਅੱਗ, ਈਰਖਾ ਰੂਪੀ ਅੱਗ, ਗਰਭ ਦੀ ਅੱਗ, ਨਰਕਾਂ ਦੀ ਅੱਗ ਜਿੰਨੀ ਵੀ ਆ, ਉਹ ਸਭ ਗੁਰੂ ਨੇ ਕਿਰਪਾ ਕਰਕੇ ਮੇਟ ਦਿੱਤੀ। ਇਸ ਕਰਕੇ ਪ੍ਰੇਮੀਓ, ਯਤਨ ਕਰੀਏ ਗੁਰੂ ਦੇ ਸ਼ਬਦ ਨੂੰ ਆਪਣੀ ਜਿੰਦ ਦਾ ਸਹਾਰਾ ਬਣਾਈਏ, ਪਰਮੇਸ਼ਰ ਦੇ ਨਾਮ ਨੂੰ। ਇੱਕ ਉਹਦਾ ਨਾਮ ਸਾਡਾ ਆਧਾਰ ਬਣ ਜਾਏ ਨਾ, ਸਹਾਰਾ ਬਣ ਜਾਏ ਪ੍ਰੇਮੀਓ, ਤਾਂ ਸੰਸਾਰ ਵਿੱਚ ਆਉਣਾ ਸਾਡਾ ਲੇਖੇ 'ਚ ਹੈ। ਅੰਦਰ ਦੀ ਮੈਲ ਉਤਰ ਜਾਣੀ ਆ। ਭਾਵ ਕਿ ਜਦੋਂ ਅਸੀਂ ਆਧਾਰ ਬਣਾ ਲਿਆ ਨਾ, ਸਮਝੋ ਧਿਆਨ ਨਾਲ ਕਿ ਸਾਚਾ ਨਾਮ ਮੇਰਾ, ਬੋਲੋ, ਸਾਚਾ ਨਾਮ ਮੇਰਾ ਆਧਾਰ। ਉਹ ਸਾਚ ਨਾਮ ਆਧਾਰ ਮੇਰਾ ਜੇ ਨਾ, ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨੇ ਇੱਛਾ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਵਡਿਆਈਆਂ। ਭਾਵ ਕਿ ਕਰ ਕਿਰਪਾ ਮਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਅੰਦਰੋਂ ਬੁਰਾਈਆਂ ਜਿਹੜੀਆਂ ਨੇ ਨਾ, ਮਾੜੇ ਕਰਮ, ਮਾੜੇ ਖਿਆਲਾਤ ਅੰਦਰ ਚੱਲਦਾ ਰਹਿੰਦਾ ਕੁਛ ਨਾ ਕੁਛ। ਹੁਣ ਵੀ ਬੈਠੇ ਆਪਾਂ, ਉਹ ਜਿਹੜਾ ਚੱਲਦਾ ਉਹ ਖਤਮ ਹੋ ਗਿਆ ਜਦੋਂ ਸਮਝ ਲਓ ਕਿ ਗੁਰੂ ਨੇ ਸਾਡੇ ਤੇ ਕਿਰਪਾ ਕਰਨੀ ਸ਼ੁਰੂ ਕਰ ਦਿੱਤੀ। ਯਤਨ ਕਰੀਏ ਕਿ ਗੁਰੂ ਤੋਂ ਕਿਰਪਾ ਕਰਾਈਏ, ਇਹ ਨਾ ਹੋਵੇ ਐਵੇਂ ਆਏ ਸੰਸਾਰ 'ਚ ਐਵੇਂ ਗਏ। ਸਮੇਂ ਦਾ ਲਾਹਾ ਮਿਲੇ, ਲੇਖੇ 'ਚ ਲੱਗੇ, ਆ ਸਾਡਾ ਦੁਨੀਆ 'ਚ ਆਇਆ, ਅਜਾਈ ਨਾ ਗਵਾਈਏ ਇਹਨੂੰ। ਕੋਈ ਇੱਥੇ ਆਇਆਂ ਦਾ ਫਾਇਦਾ ਹੋਵੇ, ਗੁਰੂ ਦੇ ਚਰਨਾਂ 'ਚ ਆਉਂਦੇ ਆ, ਖਾਲੀ ਝੋਲੀ ਆ, ਇਹਨੂੰ ਭਰਾ ਕੇ ਲਿਜਾਈਏ ਤਾਂ ਦੁਨੀਆ 'ਚ ਆਇਆ, ਗੁਰੂ ਚਰਨਾਂ 'ਚ ਆਇਆ, ਲੇਖੇ 'ਚ ਹੈ ਪ੍ਰੇਮੀ। ਆਓ ਭੁੱਲਾਂ ਤੋਂ ਖਿਮਾ, ਸਮੇਂ ਸਿਰ ਪਹੁੰਚਿਆ ਕਰੋ ਜੀ। ਸਮਾਂ ਕਾਫੀ ਹੋ ਜਾਂਦਾ ਲੇਟ, ਬਹੁਤ ਜ਼ਿਆਦਾ। ਬੈਨਾਂ ਵੀ ਬੱਚਿਆਂ ਦੀਆਂ ਜਿਹੜੀਆਂ ਆਉਂਦੀਆਂ ਨੇ, ਸਕੂਲ ਵਾਲੀਆਂ, ਬਹੁਤ ਸੁਨੇਹਾ ਆਉਣ ਲੱਗ ਗਈਆਂ। 2-4 ਦਿਨਾਂ ਤੋਂ ਛੁੱਟੀਆਂ ਹੋ ਜਾਣੀਆਂ ਨੇ, ਇਸ ਕਰਕੇ ਸਮੇਂ ਸਿਰ ਪਹੁੰਚਣ ਦੀ ਕੋਸ਼ਿਸ਼ ਕਰਿਆ ਕਰੋ ਜੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ, ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੇ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ,
ਜਿਨੇ ਨਾਮ ਤੇ ਆਇਆ, ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।